बिस्मिल्लाहिर्रहमानिर्रहीम ते अस्सलाम वालेकुम। 24 जनवरी पाकिस्तान ਦੇ ਵਿੱਚ ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 56। ਹੁਣ ਚੱਲਦੇ ਹਾਂ ਅੱਜ ਦੀਆਂ ਜ਼ਰਾ ਸੰਘਣੀਆਂ ਗੂੜੀਆਂ ਤੇ ਨਿੱਘੀਆਂ ਖਬਰਾਂ ਵਾਲੇ ਪਾਸੇ। ਜਿਹੜੀ ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਉਹ ਕਰਾਚੀ ਤੋਂ ਹੈ। ਦਿਲ ਤੁਹਾਡਾ ਦਹਿਲ ਜਾਏਗਾ ਕਿ ਈਮਾਨ ਕਿੱਥੇ ਪਹੁੰਚ ਗਏ ਨੇ ਤੇ ਬੇਸ਼ਰਮੀ ਤੇ ਬੇਈਮਾਨੀ ਜਿਹੜੀ ਹੈ ਉਹ ਕਿੱਥੋਂ ਤੱਕ ਅੱਪੜ ਗਈ ਹੈ। ਕਰਾਚੀ ਗੁਲ ਪਲਾਜ਼ਾ ਦੇ ਵਿੱਚ ਤੁਹਾਨੂੰ ਪਤਾ ਅੱਗ ਲੱਗੀ, ਦਰਜਨੋਂ ਉੱਥੇ ਜਿਹੜੇ ਸ਼ਹਿਰੀ ਸਨ ਉਹ ਸੜ ਕੇ ਮਰ ਗਏ, ਜਾਮ ਬਹਕ ਹੋ ਗਏ, ਬਚਾਇਆ ਉਹਨਾਂ ਨੂੰ ਨਾ ਜਾ ਸਕਿਆ। ਫਾਇਰ ਬ੍ਰਿਗੇਡ ਦੇ ਟਰੱਕ ਆਏ ਤੇ ਉਹਨਾਂ 'ਚ ਪਾਣੀ ਕੋਈ ਨਹੀਂ ਸੀ ਹੈਗਾ, ਸਮੁੰਦਰ ਨਾਲ ਹੈ ਲੇਕਿਨ ਉਹਨਾਂ 'ਚ ਪਾਣੀ ਕੋਈ ਨਹੀਂ ਸੀ ਹੈਗਾ। ਅਤੇ ਉਸ ਤੋਂ ਬਾਅਦ ਜਿਸ ਵੇਲੇ ਇਸ ਗੱਲ ਦੇ ਉੱਤੇ ਇਤਰਾਜ਼ ਕੀਤਾ ਤੇ ਪੀਪਲਜ਼ ਪਾਰਟੀ ਦੇ ਵਜ਼ੀਰਾਂ ਨੇ ਆਖਿਆ ਵੀ ਐਡੀ ਕਿਹੜੀ ਵੱਡੀ ਗੱਲ ਹੋ ਗਈ ਹੈ, ਅੱਗ ਲੱਗਦੀ ਰਹਿੰਦੀ ਹੈ। ਅੱਗ ਹੁਣੇ ਨਿਊਜ਼ੀਲੈਂਡ 'ਚ ਵੀ ਲੱਗੀ ਸੀ ਤੇ 40 ਬੰਦੇ ਮਰ ਗਏ ਸਨ ਤੇ ਇੱਥੇ ਅੱਗ ਲੱਗ ਗਈ ਤੇ ਕਿਹੜੀ ਕੋਈ ਅਲੋਕਾਰ ਗੱਲ ਹੋ ਗਈ। ਉਹਨਾਂ ਆਖਿਆ ਕਿਉਂ ਰੌਲਾ ਪਾਉਂਦੇ ਜੇ। ਨਾਲ ਦੇ ਨਾਲ ਤੁਸੀਂ ਇਹ ਵੀ ਵੇਖਿਆ ਕਿ ਬਿਲਾਵਲ ਜ਼ਰਦਾਰੀ ਸਾਹਿਬ ਜਿਹੜੇ ਨੇ ਉਹ ਅਪੜੇ ਨੇ ਉੱਥੇ ਡਵੋਸ ਦੇ ਵਿੱਚ ਸਵਿਟਜ਼ਰਲੈਂਡ ਤੇ ਉੱਥੇ ਮੁਲਾਕਾਤਾਂ ਕਰ ਰਹੇ ਨੇ। ਉਹ ਉੱਥੇ ਆਸਿਮ ਮੁਨੀਰ ਸਾਹਿਬ ਦੇ ਨਾਲ ਉੱਥੇ ਜਾ ਕੇ ਇੱਥੇ ਦੀ ਬਜਾਏ ਇਸ ਦੇ ਕਿ ਉਹ ਲੋਕਾਂ ਦੇ ਜ਼ਖਮਾਂ ਦੇ ਉੱਤੇ ਮਰਮ ਰੱਖਦੇ, ਇੱਥੇ ਜਾ ਕੇ ਖਲੋਂਦੇ। ਤੁਸੀਂ ਵੇਖਿਆ ਹੋਏਗਾ ਵੀ ਕਿਤੇ ਵੀ ਕੋਈ ਫੌਤਗੀ ਹੋ ਜਾਏ, ਕਿਸੇ ਬੰਦੇ ਦਾ ਕੋਈ ਨੁਕਸਾਨ ਹੋ ਜਾਏ ਤੇ ਅਸੀਂ ਉਹਦਾ ਪਤਾ ਲੈਣ ਜਾਂਦੇ। ਕਿਉਂ ਜਾਂਦੇ? ਕਿ ਸਾਡੇ ਜਾਣ ਨਾਲ ਉਹ ਬੰਦਾ ਮੁੜ ਆਉਣਾ ਹੁੰਦਾ। ਸਾਡੇ ਮਜ਼ਹਬ 'ਚ ਵੀ ਇਸ ਗੱਲ ਦਾ ਹੁਕਮ ਹੈ। ਜ਼ਾਹਿਰ ਹੈ ਕਿ ਕਿਸੇ ਜਗ੍ਹਾ ਦੇ ਉੱਤੇ ਬਿਮਾਰ ਹੋਵੇ ਤਾਂ ਉਹਦੀ ਬਿਮਾਰ ਪੁਰਸੀ ਜ਼ਰੂਰ ਕਰੋ, ਜਾਓ ਉਹਦੀ ਬਿਮਾਰੀ ਦਾ ਉਹਨੂੰ ਪੁੱਛੋ, ਉਹਨੂੰ ਮੋਢਾ ਦਿਓ, ਮਤਲਬ ਕਿ ਉਹਨੂੰ ਹਲਾਸ਼ੇਰੀ ਦਿਓ ਵੀ ਤੂੰ ਠੀਕ ਹੋ ਜਾਏਗਾ। ਇਹ ਕਿਉਂ ਕਰੀਦਾ ਅਸੀਂ? ਤਾਂ ਕਿ ਬੰਦੇ ਨੂੰ ਇਕੱਲਿਆਂ ਨਾ ਛੱਡੋ। ਜਦੋਂ ਅਸੀਂ ਜਾਈਦਾ ਤਾਂ ਲੋਕਾਂ ਨੂੰ ਇਹ ਆਸਰਾ ਹੁੰਦਾ ਕਿ ਯਾਰ ਇਹਨਾਂ ਦੇ ਆਉਣ ਨਾਲ, ਇਹਨਾਂ ਦੀ ਗੱਲ ਕਰਨ ਨਾਲ ਹੋ ਸਕਦਾ ਹੈ ਮੇਰੇ ਮਾਮਲਾਤ ਜਿਹੜੇ ਨੇ ਉਹ ਮਤਲਬ ਕਿ ਕਿਸੇ ਨੂੰ ਕੋਈ ਸਹਾਰਾ ਮਿਲ ਜਾਏ ਕਿਸੇ ਬੰਦੇ ਦੇ ਜਾਣ ਨਾਲ। ਲੇਕਿਨ ਬਜਾਏ ਬਿਲਾਵਲ ਜ਼ਰਦਾਰੀ ਸਾਹਿਬ ਨੇ ਕਰਾਚੀ ਦੇ ਵਿੱਚ ਇਹ ਜਿਹੜੇ ਵਿਚਾਰੇ ਉੱਥੇ ਸੜ ਕੇ ਮਰ ਗਏ ਉਹਨਾਂ ਦੇ ਘਰਾਂ 'ਚ ਜਾਣ ਦੀ, ਉਹਨਾਂ ਨਾਲ ਫਾਤਿਹਾ ਪੜ੍ਹਨ ਦੀ, ਉਹਨਾਂ ਦੀ ਦਿਲਜੋਈ ਕਰਨ ਦੀ, ਉਹਨਾਂ ਨਾਲ ਪੁਰਸਾ ਕਰਨ ਦੀ ਇਹ ਕੋਸ਼ਿਸ਼ ਨਹੀਂ ਕੀਤੀ। ਮੈਂ ਇਹ ਨਹੀਂ ਆਂਦਾ ਵੀ ਉਹ ਪਲਾਜ਼ੇ 'ਤੇ ਚਲੇ ਜਾਣ, ਚਲੇ ਉੱਥੇ ਤਾਂ ਅੱਗ ਲੱਗ ਗਈ ਜਾਂ ਤਾਂ ਉੱਦਣ ਜਾਂਦੇ ਜਿਸ ਵੇਲੇ ਲੱਗੀ ਸੀ, ਉੱਥੇ ਜਿਹੜੇ ਇੰਤਜ਼ਾਮਾਤ ਹੋ ਰਹੇ ਸੀ ਉਹਨਾਂ ਨੂੰ ਜਾ ਕੇ ਵੇਖਦੇ। ਚਲੋ ਇਹ ਉਹਨਾਂ ਨੇ ਨਹੀਂ ਕੀਤਾ, ਉਹਨਾਂ ਦੀ ਮਰਜ਼ੀ। ਉਹ ਜਿਹੜੇ ਲੋਕ ਉੱਥੇ ਵਫਾਤ ਪਾ ਗਏ ਨੇ ਉਹਨਾਂ ਦੇ ਘਰਾਂ 'ਚ ਤੇ ਜਾਂਦੇ। ਚਲੋ ਘਰ ਨਹੀਂ ਜਾਣਾ, ਉਹਨਾਂ ਦੇ ਵਿੱਚੋਂ ਚੰਦ ਨੂੰ ਬਿਲਾਵਲ ਹਾਊਸ ਹੀ ਸੱਦ ਲੈਂਦੇ। ਹੁੰਦੀ ਤੇ ਉਹ ਮਾੜੀ ਗੱਲ ਆਪਣੇ ਕੋਲ ਸੱਦਣ ਦੀ, ਇਹਨਾਂ ਨੂੰ ਜਾਣਾ ਚਾਹੀਦਾ ਸੀ ਉਹਨਾਂ ਦੇ ਕੋਲ। ਲੇਕਿਨ ਜਾ ਕੇ ਕੋਈ ਫਾਤਿਹਾ ਪੜ੍ਹਦੇ, ਕੋਈ ਪੁਰਸਾ ਕਰਦੇ, ਲੋਕਾਂ ਨੂੰ ਪਤਾ ਲੱਗਦਾ ਕਿ ਚਲੋ ਅਸੀਂ ਜਿਹੋ ਜਿਹੇ ਵੀ ਹੁਕਮਰਾਨ ਚੁਣੇ ਨੇ ਇਹ ਸਾਡੇ ਭੈੜੇ ਵੇਲੇ ਤੇ ਮਾੜੇ ਵੇਲੇ ਤੇ ਸਾਡੇ ਨਾਲ ਤੇ ਖਲੋਂਦੇ ਨੇ। ਲੇਕਿਨ ਇਹਨਾਂ ਨੇ ਸਹੁੰ ਖਾਧੀ ਹੈ ਵੀ ਕੋਈ ਕੰਮ ਸਿੱਧਾ ਕਰਨਾ ਨਹੀਂ, ਲੋਕਾਂ ਨੂੰ ਜ਼ਖਮ ਤੇ ਜ਼ਰੂਰ ਦੇਣੇ ਨੇ, ਉਹਨਾਂ ਦੇ ਜ਼ਖਮਾਂ ਦੇ ਉੱਤੇ ਮਰਮ ਪੱਟੀ ਨਹੀਂ ਰੱਖਣੀ। ਹੁਣ ਖਬਰ ਕਰਾਚੀ ਤੋਂ ਇਹ ਆਉਣ ਡਈ ਹੈ ਕਿ ਕਾਪਰ ਦੇ ਭਰੇ ਹੋਏ ਦੋ ਟਰੱਕ ਵੱਡੇ, ਜ਼ਾਹਿਰ ਉੱਥੇ ਅੱਗ ਲੱਗੀ, ਉੱਥੇ ਤਾਰਾਂ ਹੀ ਤਾਰਾਂ ਸਨ, ਇਲੈਕਟ੍ਰੋਨਿਕਸ ਦਾ ਸਮਾਨ ਸੀ। ਇਲੈਕਟ੍ਰੋਨਿਕਸ ਦੇ ਸਮਾਨ ਦੇ ਵਿੱਚ ਕਾਪਰ ਇਸਤੇਮਾਲ ਹੁੰਦਾ ਹੈ। ਛੋਟੀ ਤਾਰ ਹੈ ਭਾਵੇਂ ਵੱਡੀ ਹੈ, ਉਹਦੇ 'ਚ ਕਾਪਰ ਹੀ ਇਸਤੇਮਾਲ ਹੁੰਦਾ। ਹਰ ਸ਼ਾਇਦ ਸੜ ਗਈ। ਹੁਣ ਕਾਪਰ ਨੇ ਤਾਂ ਨਹੀਂ ਸੀ ਸੜਨਾ ਨਾ ਅੱਗ ਦੇ ਵਿੱਚ ਉਸ ਤਰੀਕੇ ਨਾਲ। ਹੁਣ ਕਾਪਰ ਜਿਹੜਾ ਉੱਥੋਂ ਉਹ ਲੱਭਾ ਜਾਂ ਇਨਸਾਨਾਂ ਦੇ ਜਲੇ ਹੋਏ ਜਿਸਮ ਲੱਭੇ ਨੇ ਜਾਂ ਕਾਪਰ ਲੱਭਿਆ। ਉਹ ਜਿਹੜਾ ਕਾਪਰ ਹੈ ਬੜਾ ਮਹਿੰਗਾ ਹੈ ਕਿਉਂਕਿ ਤਾਰਾਂ 'ਚ ਇਸਤੇਮਾਲ ਹੁੰਦਾ ਹੈ। ਉਹ ਟਰੱਕਾਂ 'ਚ ਭਰ ਕੇ ਉੱਥੋਂ ਜਿਸ ਵੇਲੇ ਕੱਢਿਆ ਤੇ 2 ਟਰੱਕ ਹੀ ਗਾਇਬ ਹੋ ਗਏ ਨੇ। ਦੁਰਸਤ ਸੁਣ ਰਹੇ ਹੋ ਤੁਸੀਂ। ਇਹਨਾਂ ਦਾ ਜਿਹੜਾ ਦਿਲ ਹੈ ਉਹ ਪਸੀਜਦਾ ਨਹੀਂ ਹੈ। ਉੱਥੇ ਇੰਨੇ ਬੰਦੇ ਜਿਹੜੇ ਨੇ ਉਹ ਸ਼ਹੀਦ ਹੋ ਗਏ ਨੇ, ਉੱਥੇ ਇੰਨੇ ਬੰਦੇ ਜਿਹੜੇ ਨੇ ਜਾਂ ਬਹਕ ਹੋ ਗਏ ਨੇ। ਇਹਨਾਂ ਨੂੰ ਉਸ ਗੱਲ ਨਾਲ ਕੋਈ ਲੈਣ ਦੇਣ ਨਹੀਂ। ਇਹਨਾਂ ਨੂੰ ਇਹ ਵੀ ਕਾਪਰ ਚੋਰੀ ਕਰ ਲਈਏ ਉੱਥੋਂ। ਕਰੇ ਤੇ ਬੰਦਾ ਕਰੇ ਕੀ? ਇੱਥੇ ਕਿਹਨੂੰ ਬੰਦਾ ਕੀ ਆਖੇ? ਮਤਲਬ ਕਿ ਜਦੋਂ ਮਰਨਾ ਹੀ ਭੁੱਲ ਗਿਆ ਲੋਕਾਂ ਨੂੰ। ਔਰ ਸਪੈਸ਼ਲੀ ਹੁਣ ਇਹਦੇ ਵਿੱਚ ਜ਼ਾਹਿਰ ਲਾ ਇਨਫੋਰਸਮੈਂਟ ਦੇ ਅਦਾਰੇ ਵੀ ਸ਼ਾਮਿਲ ਹੋਣਗੇ। ਉੱਥੋਂ ਟਰੱਕ ਭਰ ਕੇ ਜਿਸ ਵੇਲੇ ਕੱਢੇ ਨੇ ਅਤੇ ਉਹ ਸਾਰਿਆਂ ਨੂੰ ਪਤਾ ਵੀ ਉਹ ਕਿੱਥੇ ਖੜਨੇ ਸੇ, ਕੀ ਕਰਨਾ ਹੈ। ਅਤੇ ਅਗਰ ਇਹ ਸਾਰੇ ਉਹਦੇ ਵਿੱਚ ਜ਼ਿੰਮੇਦਾਰ ਨੇ ਤਾਂ ਫਿਰ ਕੀ ਆਖੀਏ ਅਸੀਂ ਇਹਨਾਂ ਨੂੰ ਸ਼ਰਮ ਹੀ ਦਵਾ ਸਕਦੇ, ਹੋਰ ਤਾਂ ਅਸੀਂ ਇੱਥੋਂ ਕੁਝ ਨਹੀਂ ਆਖ ਸਕਦੇ। ਅਗਲੀ ਖਬਰ ਵਾਲੇ ਪਾਸੇ ਚੱਲਨੇ ਜੀ। 100 ਦਿਨ ਪੂਰੇ ਹੋ ਗਏ ਨੇ ਮੁਰੀਦਕੇ ਦੇ ਵਿੱਚ ਜੋ ਕੁਝ ਹੋਇਆ। ਉੱਥੇ ਜਿਵੇਂ ਖੂਨ ਦੀ ਹੋਲੀ ਖੇਡੀ ਗਈ, ਤੁਹਾਨੂੰ ਸਾਰਿਆਂ ਨੂੰ ਚੇਤੇ। ਮੁਰੀਦਕੇ ਦੇ ਵਿੱਚ ਕੋਈ ਆਂਦਾ 200 ਬੰਦਾ ਮਾਰ ਦਿੱਤਾ, ਕੋਈ ਆਂਦਾ 600 ਮਾਰ ਦਿੱਤਾ, ਕੋਈ ਆਂਦਾ 1000 ਮਾਰ ਦਿੱਤਾ, ਕੋਈ ਆਂਦਾ ਹੈ ਕਿ ਉੱਥੇ ਜਿਹੜਾ ਉਹ 100 ਬੰਦਾ ਮਾਰਿਆ। ਮਤਲਬ ਕਿ ਡਿਫਰੈਂਟ ਨੰਬਰ ਨੇ, ਲੇਕਿਨ ਇਹ ਤਾਂ ਪਤਾ ਹੈ ਕਿ ਉੱਥੇ ਲੰਮਾ ਚੌੜਾ ਕਤਲੇਆਮ ਹੋਇਆ ਸੀ ਮੁਰੀਦਕੇ ਦੇ ਵਿੱਚ। ਹੁਣ 100 ਦਿਨ ਉਹਨੂੰ ਮੁਕੰਮਲ ਹੋ ਗਏ ਨੇ। ਉਲਮਾ ਹਜ਼ਰਾਤ ਵੀ ਸਾਰੇ ਸੌਂ ਗਏ ਨੇ, TLP ਵਾਲੇ ਵੀ ਸਾਰੇ ਸੌਂ ਗਏ ਨੇ। ਕਿਸੇ ਨੇ ਆਵਾਜ਼ ਕੀ, ਮੇਰਾ ਮਤਲਬ ਕਿਸੇ ਨੇ ਹਵਾ ਨਹੀਂ ਕੱਢੀ। ਜਿਸ ਵੇਲੇ PTI ਦੇ ਨਾਲ ਜ਼ੁਲਮ ਹੋਇਆ ਸੀ ਤੇ ਕਈ ਸਾਰੇ ਬੰਦੇ PTI ਦਾ ਮਜ਼ਾਕ ਉਡਾਉਂਦੇ ਸਨ ਜਿਹੜੇ TLP ਵਾਲੇ ਸਨ। ਜ਼ਾਹਿਰ ਅਸੀਂ ਤਾਂ ਉਹਨਾਂ ਦਾ ਮਜ਼ਾਕ ਨਹੀਂ ਉਡਾ ਸਕਦੇ। ਅਸੀਂ ਤਾਂ ਇਸ ਮੌਕੇ ਦੇ ਉੱਤੇ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ। ਉਹਦੀ ਵਜ੍ਹਾ ਹੈ ਕਿ ਉਹਨਾਂ ਨਾਲ ਪਹਿਲਾਂ ਹੀ ਜ਼ੁਲਮ ਹੋ ਚੁੱਕਿਆ। ਅਸੀਂ ਤਾਂ ਜ਼ਾਹਿਰ ਹੈ ਇਹੀ ਆਖਾਂਗੇ ਵੀ ਉਹਨਾਂ ਨਾਲ ਜਿਹੜਾ ਜ਼ੁਲਮ ਹੋਇਆ ਉਹਦਾ ਮਦਾਵਾ ਹੋਣਾ ਚਾਹੀਦਾ। ਹੁਣ ਖਬਰ ਇਹ ਆ ਰਹੀ ਹੈ ਕਿ ਅਨਸ ਰਿਜ਼ਵੀ ਉਹਨਾਂ ਦੀ ਰਿਹਾਈ ਜਿਹੜੀ ਹੈ ਉਹ ਹਜੇ ਨਹੀਂ ਕੀਤੀ ਜਾਏਗੀ।
ਉਹਨਾਂ ਦੀ ਰਿਹਾਈ ਹੈ ਜਿਸ ਵੇਲੇ ਸਾਰਾ ਮੇਰਾ ਮਤਲਬ ਹੈ ਕਿ ਇਸਰਾਈਲ ਵਾਲਾ ਔਰ ਸਾਰਾ ਮਸਲਾ ਜਿਹੜਾ ਬੋਰਡ ਆਫ ਪੀਸ ਇਹ ਸਾਰਾ ਜਿਸ ਵੇਲੇ ਕਰ ਲਿਆ ਜਾਏਗਾ ਉਸ ਤੋਂ ਬਾਅਦ। ਹੁਣ ਤੁਸੀਂ ਪੁੱਛੋਗੇ ਵੀ ਕਿਉਂ ਉਹਨਾਂ ਤੋਂ ਕੋਈ ਖਤਰਾ ਹੈ? ਨਹੀਂ, ਖਤਰਾ ਕੋਈ ਨਹੀਂ। ਉਹ ਤਾਂ ਜ਼ਾਹਿਰ ਹੈ ਜਰਨੈਲਾਂ ਦੇ ਕਹਿਣ 'ਤੇ ਹੀ ਕਰਦੇ ਸਨ ਜੋ ਕਰਦੇ ਸਨ, ਲੇਕਿਨ ਉਹਨਾਂ ਨੂੰ ਫੇਸ ਸੇਵਿੰਗ ਵੀ ਤਾਂ ਦੇਣੀ ਹੈ ਨਾ। ਜੇ ਉਹਨਾਂ ਨੂੰ ਹੁਣ ਛੱਡ ਦੇਣ, ਉਹ ਘਰ ਆ ਜਾਣ, ਤੇ ਉਹਨਾਂ ਨੂੰ ਫਿਰ ਨਾਅਰਾ ਮਾਰਨਾ ਪੈਣਾ ਕਿ ਜਨਾਬ ਗਜ਼ਾ 'ਚ ਇਹ ਹੋਣ ਲੱਗਾ ਤੇ ਅਸੀਂ ਨਿਕਲਣ ਲੱਗੇ ਤੇ ਅਸੀਂ ਹੜਤਾਲ ਕਰਨ ਲੱਗੇ। ਜ਼ਾਹਿਰ ਹੈ ਉਹ ਜਰਨੈਲਾਂ ਨੇ ਉਹਨਾਂ ਨੂੰ ਕਰਨ ਨਹੀਂ ਦੇਣੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਹਨਾਂ ਦਾ ਹੀ ਇਹ ਪ੍ਰੋਜੈਕਟ ਹੈ ਸਾਰੇ ਦਾ ਸਾਰਾ। ਇਸ ਲਈ ਉਹਨਾਂ ਨੂੰ ਹੁਣ ਫੇਸ ਸੇਵਿੰਗ ਦੇਣ ਵਾਸਤੇ ਸਾਡੇ ਕੋਲ ਇਤਲਾਹ ਤੇ ਆ ਰਹੀਆਂ ਨੇ ਕਿ ਇਹ ਜਦੋਂ ਮਾਮਲਾ ਠੰਮਰ ਜਾਏਗਾ ਜ਼ਰਾ ਤੇ ਫਿਰ ਉਹਨਾਂ ਨੂੰ ਰਿਹਾ ਕਰਨਗੇ ਤਾਂ ਕਿ ਉਹ ਆ ਕੇ ਆਪਣੀ ਹੱਸੀ ਖੁਸ਼ੀ ਜ਼ਿੰਦਗੀ ਗੁਜ਼ਾਰ ਸਕਣ। ਉਹ ਆਖਣ ਵੀ ਇਹ ਜੋ ਕੁਝ ਗਜ਼ਾ ਵਾਲਾ ਹੋਇਆ ਤੇ ਸਾਡੇ ਜਾਣ ਤੋਂ ਬਾਅਦ ਹੋਇਆ। ਖੈਰ ਉਹ ਹੁੰਦੇ ਤੇ ਉਹਨਾਂ ਵੀ ਉਹੀ ਕਰਨਾ ਸੀ ਜੋ ਫਜ਼ਲ ਰਹਿਮਾਨ ਕਰਨ ਡਏ ਨੇ, ਜੋ ਮੌਲਾਨਾ ਤਕੀ ਉਸਮਾਨੀ ਸਾਹਿਬ ਕਰ ਰਹੇ ਨੇ, ਰਾਗਬ ਨਈਮੀ ਸਾਹਿਬ ਕਰ ਰਹੇ ਨੇ, ਮੌਲਾਨਾ ਆਜ਼ਾਦ ਸਾਹਿਬ ਕਰ ਰਹੇ ਨੇ, ਮੁਫਤੀ ਮੁਨੀਬੁਰ ਰਹਿਮਾਨ ਸਾਹਿਬ ਕਰ ਰਹੇ ਨੇ, ਬਾਕੀ ਤਮਾਮ ਸਾਡੇ ਬੜੇ ਹੀ ਮੁਹਤਰਮ ਉਲਮਾ ਦੀਨ ਜਿਸ ਤਰ੍ਹਾਂ ਬਿਲਕੁਲ ਖਾਮੋਸ਼ ਨੇ, ਇਹਨਾਂ ਵੀ ਇਸੇ ਤਰ੍ਹਾਂ ਹੀ ਖਾਮੋਸ਼ ਰਹਿਣਾ ਸੀ। ਕੀ ਹੋਣਾ ਸੀ ਇੱਥੇ? ਖੈਰ ਅੱਗੇ ਚੱਲਨੇ ਜੀ ਅਗਲੀ ਖਬਰ ਵਾਲੇ ਪਾਸੇ। ਮੈਂ ਪੰਜਾਬ ਦੇ ਆਵਾਮ ਨੂੰ ਉਹਨਾਂ ਦੀਆਂ ਖੁਸ਼ੀਆਂ ਲੁਟਾਉਣ ਵਾਸਤੇ ਆਈ ਹਾਂ, ਬਾਜੀ ਨੇ ਆਖਿਆ। ਇਹਦਾ ਮਤਲਬ ਬਾਜੀ ਨੂੰ ਇਹ ਪਤਾ ਹੈ ਕਿ ਬਾਜੀ ਦੇ ਵਾਲਦੈਨ ਨੇ, ਬਾਜੀ ਦੇ ਚਾਚੇ ਨੇ, ਬਾਜੀ ਦੇ ਵਾਲਿਦ ਸਾਹਿਬ ਨੇ ਇਹ ਖੁਸ਼ੀਆਂ ਖੋਹੀਆਂ ਸਨ ਪੰਜਾਬ ਦੇ ਆਵਾਮ ਦੇ ਕੋਲੋਂ, ਤੇ ਹੁਣ ਬਾਜੀ ਉਹਨਾਂ ਖੁਸ਼ੀਆਂ ਨੂੰ ਲੁਟਾਉਣ ਆਈ ਹੈ, ਮਤਲਬ ਵਾਪਸ ਲੁਟਾਉਣ ਆਈ ਹੈ, ਵਾਪਸ ਦੇਣ ਆਈ ਹੈ। ਚਲੋ ਇਹ ਤਾਂ ਮਿਹਰਬਾਨੀ ਹੈ। ਵੈਸੇ ਬਾਜੀ ਨੇ ਤਾਂ ਵੈਸੇ ਹੀ ਬਿਆਨ ਦਿੱਤਾ ਸੀ, ਹਜ਼ਰਤ ਤਫੰਨਨ ਇਹਦੇ ਉੱਤੇ ਇੱਕ ਤਜਜ਼ੀਆ ਕਰ ਰਹੇ ਕਿ ਇਹਦਾ ਮਤਲਬ ਪਹਿਲਾਂ ਤੁਹਾਡੇ ਟੱਬਰ ਨੇ ਖੁਸ਼ੀਆਂ ਖੋਹੀਆਂ ਨੇ ਤੇ ਹੁਣ ਤੁਸੀਂ ਇਹ ਲੁਟਾਉਣ ਆ ਰਹੇ ਹੋ। ਅੱਗੋਂ ਸੁਣ ਲਓ ਅਗਲੀ ਗੱਲ। ਕੱਲ੍ਹ ਹੀ ਬਾਜੀ ਜਿਹੜੀ ਹੈ ਉਹ ਮੈਨ ਹੋਲਸ ਦੀ ਗੱਲ ਕਰ ਰਹੀ ਸੀ, ਗਟਰ ਦੇ ਢੱਕਣਾਂ ਦੀ। ਲੋਕੀ ਪਤਾ ਨਹੀਂ ਗੱਲ ਕਿੱਧਰ ਦੀ ਕਿੱਧਰ ਲੈ ਜਾਂਦੇ ਨੇ। ਬਹਰਹਾਲ ਅੱਜ ਫਿਰ ਖਬਰ ਆਈ ਹੈ ਕਿ ਲਾਹੌਰ ਦੇ ਇਲਾਕੇ ਮਿਸਰੀ ਸ਼ਾਹ 'ਚ ਮੁਅੰਮਰ ਖਾਤੂਨ ਗਟਰ ਦੇ ਖੁੱਲ੍ਹੇ ਹੋਏ ਢੱਕਣ ਦੇ ਵਿੱਚ ਡਿੱਗ ਕੇ ਜ਼ਖਮੀ ਹੋ ਗਈ, ਹਸਪਤਾਲ ਮੁੰਤਕਿਲ ਕੀਤਾ ਗਿਆ। ਦੂਜੇ ਪਾਸੇ ਰਾਵਲਪਿੰਡੀ 'ਚ ਇੱਕ ਬੱਚਾ ਗੰਦੇ ਨਾਲੇ ਦੇ ਵਿੱਚ ਡਿੱਗ ਕੇ ਤੇ ਜਾਨ ਦੀ ਬਾਜ਼ੀ ਹਾਰ ਗਿਆ। ਤੇ ਚੰਦ ਦਿਨ ਪਹਿਲੇ ਵੀ ਗੰਦੇ ਨਾਲੇ ਦੇ ਵਿੱਚ ਇਸ ਤਰ੍ਹਾਂ ਹੀ ਇੱਕ ਬੱਚੇ ਦੇ ਗਿਰਨ ਦਾ ਜਿਹੜਾ ਉਹ ਵਾਕਿਆ ਹੋ ਚੁੱਕਿਆ ਔਰ ਉਹਦੇ ਜਾਨ ਬਹਾਕ ਹੋਣ ਦਾ ਵਾਕਿਆ ਹੋ ਚੁੱਕਿਆ। ਉਹ ਮੇਰਾ ਖਿਆਲ ਸਾਊਥ ਪੰਜਾਬ ਵਾਲੇ ਪਾਸੇ ਕਿਸੇ ਜਗ੍ਹਾ 'ਤੇ ਹੋਇਆ ਸੀ। ਕਹਿਣ ਦਾ ਮਤਲਬ ਇਹ ਹੈ ਕਿ ਇੱਕ ਪਾਸੇ ਬਾਜੀ ਵੱਡੀਆਂ ਵੱਡੀਆਂ ਸਟੇਟਮੈਂਟਾਂ ਦੇ ਰਹੀ ਹੈ, ਦੂਜੇ ਪਾਸੇ ਰੋਜ਼ ਉਹੀ ਜਿਹੜੇ ਕੰਮ ਨੇ ਜੋ ਕਰਾਚੀ 'ਚ ਹੁੰਦੇ ਨੇ ਉਹੀ ਪੰਜਾਬ 'ਚ ਹੁੰਦੇ ਨੇ, ਲੇਕਿਨ ਕਿਉਂਕਿ ਇੱਥੇ ਪੈਕੇਜਿੰਗ ਬਿਹਤਰ ਕੀਤੀ ਹੋਈ ਹੈ, ਮਤਲਬ ਕਿ ਇੱਥੇ ਸਾਰੀ ਜਿਹੜੀ ਹਵਾ ਚੰਗੀ ਬੰਨੀ ਹੋਈ ਹੈ ਬਾਜੀ ਦੀ, ਤੇ ਉਹ ਬਾਜੀ ਵੀ ਰਾਜ਼ੀ ਤੇ ਮੇਰਾ ਮਤਲਬ ਮੀਡੀਆ ਵੀ ਰਾਜ਼ੀ ਇਹੋ ਜਿਹੀ ਹਵਾ, ਕਿਉਂਕਿ ਮੀਡੀਆ ਨੂੰ ਵੀ ਇਸ਼ਤਿਹਾਰ ਲੱਭਦੇ ਨੇ। ਜ਼ਾਹਿਰ ਹੈ ਉਹਨਾਂ ਨੇ ਵੀ ਆਪਣਾ ਕੰਮ ਕਰਨਾ ਜੋ ਉਹਨਾਂ ਨੂੰ ਲੱਭਦਾ, ਉਹਨਾਂ ਨੂੰ ਵੀ ਇਸ ਗੱਲ ਨਾਲ ਕੀ ਕਿ ਅਸਲ ਕੀ ਹੈ ਤੇ ਨਕਲ ਕੀ ਹੈ। ਅੱਛਾ, ਦੂਜੇ ਪਾਸੇ ਬਾਜੀ ਆਂਦੀ ਹੈ ਕਿ ਮੈਂ ਨਸ਼ਈਆਂ ਦਾ ਜਿਹੜਾ ਉਹ ਖਾਤਮਾ ਕਰ ਦਿੱਤਾ ਹੈ ਪੰਜਾਬ ਦੇ ਵਿੱਚੋਂ, ਕੋਈ ਨਸ਼ਈ ਨਹੀਂ ਰਹਿ ਗਿਆ। ਨਾਲ ਆਪੇ ਹੀ ਬਾਜੀ ਸਟੇਟਮੈਂਟ ਦਿੰਦੀ ਹੈ ਕਿ ਨਸ਼ਈ ਜਿਹੜੇ ਨੇ, ਨਸ਼ਈ ਆਖ ਦਿੱਤਾ ਮੈਂ, ਨਸ਼ਈ ਜਿਹੜੇ ਨੇ ਉਹ ਜਿਹੜੇ ਅੰਡਰਪਾਸਿਸ ਨੇ ਉਹਨਾਂ ਦੇ ਵਿੱਚ ਸੁੱਤੇ ਨੇ। ਇਹ ਅੱਜ ਵੀ ਬਾਜੀ ਹੁਣ ਦੁਬਾਰਾ ਸਟੇਟਮੈਂਟ ਦਿੰਦੀ ਹੈ ਕਿ ਨਸ਼ਈ ਜਿਹੜੇ ਨੇ ਉਹ ਪੁਲਾਂ ਦੇ ਥੱਲੇ ਤੇ ਅੰਡਰਪਾਸਾਂ ਦੇ ਵਿੱਚ ਜਿਹੜਾ ਉਹ ਸੁੱਤੇ ਨੇ, ਉਹਨਾਂ ਦੇ ਥੱਲੇ ਸੁੱਤੇ ਨੇ। ਤੇ ਇੱਕ ਪਾਸੇ ਆਉਂਦੇ ਨੇ ਅਸੀਂ ਨਸ਼ਾ ਖਤਮ ਕਰ ਦਿੱਤਾ ਹੈ, ਨਸ਼ਾ ਵੇਚਣਾ ਖਤਮ ਕਰ ਦਿੱਤਾ। ਤੇ ਜੇ ਨਸ਼ਾ ਵੇਚਣਾ ਖਤਮ ਕਰ ਦਿੱਤਾ ਹੈ ਤੇ ਨਸ਼ਈ ਤੇ ਸੌਂ ਹੀ ਨਹੀਂ ਸਕਦਾ ਨਸ਼ੇ ਤੋਂ ਬਗੈਰ, ਤੁਹਾਨੂੰ ਪਤਾ ਹੀ ਹੈ। ਤੇ ਉਹ ਕਿੱਥੋਂ ਕਿਸ ਤਰ੍ਹਾਂ ਸੁੱਤੇ ਨੇ? ਇਹਨਾਂ ਨੂੰ ਆਪ ਵੀ ਮੇਰਾ ਖਿਆਲ ਕੋਈ ਨਹੀਂ ਪਤਾ ਵੀ ਅਸੀਂ ਗੱਲ ਕਿਹੜੀ ਕਰਨੀ ਹੈ, ਕਿਹੜਾ ਕੰਮ ਅਸੀਂ ਕਰ ਲਿਆ, ਕਿਹੜੀ ਗੱਲ ਅਸੀਂ ਕਹਿਣੀ ਹੈ ਤੇ ਕਿਹੜੀ ਗੱਲ ਅਸੀਂ ਨਹੀਂ ਕਹਿਣੀ। ਅੱਗੇ ਚਲੋ ਜੀ। ਅਗਲੀ ਖਬਰ ਇਹ ਹੈ ਕਿ ਮਰੀਮ ਨਵਾਜ਼ ਸਾਹਿਬਾ ਨੇ ਇੱਕ ਨਵੀਂ ਤਸ਼ਹੀਰੀ ਮੁਹਿੰਮ ਸ਼ੁਰੂ ਕੀਤੀ ਹੈ ਪੰਜਾਬ ਦੀਆਂ ਬੇਟੀਆਂ ਵਾਸਤੇ ਕਿ ਤੁਮ ਅਕੇਲੀ ਨਹੀਂ ਹੋ, ਕਿ ਤੂੰ ਇਕੱਲੀ ਨਹੀਂ ਹੈ, ਅਸੀਂ ਤੇਰੇ ਨਾਲ ਹੈ, ਤੈਨੂੰ ਕੋਈ ਖੌਫ ਖਤਰਾ ਨਹੀਂ ਹੈ। ਜ਼ਾਹਿਰ ਹੈ ਬਾਜੀ ਨੂੰ ਬਾਹਰੋਂ NGOs ਵੀ ਇਹੋ ਜਿਹੇ ਕੰਮਾਂ ਨੂੰ ਬੜੇ ਫੰਡ ਦਿੰਦੇ ਨੇ, NGOs ਨੂੰ ਵੀ ਬੜਾ ਚੰਗਾ ਲੱਗਦਾ ਇਹੋ ਜਿਹੇ ਜਿਹੜੇ ਕਾਨੂੰਨ ਬਣਾਓ, ਇਹੋ ਜਿਹੀਆਂ ਗੱਲਾਂ ਕਰੋ, ਕਰਨੀਆਂ ਵੀ ਚਾਹੀਦੀਆਂ ਨੇ। ਖਵਾਤੀਨ ਦਾ ਇਹਤਰਾਮ, ਉਹਨਾਂ ਦੀ ਸੇਫਟੀ ਵਾਸਤੇ ਕੋਈ ਕੰਮ ਕਰਨਾ ਮਾੜਾ ਨਹੀਂ ਹੈ, ਲੇਕਿਨ ਇਹਨਾਂ ਦੀ ਜਿਹੜੀ ਅਸਲ ਔਕਾਤ ਹੈ ਉਹ ਤੁਹਾਨੂੰ ਵਿਖਾਣੇ। ਇਹ ਦੋ ਵੀਡੀਓਜ਼ ਵੇਖਣੀਆਂ ਨੇ। ਇੱਕ ਤਾਂ ਪਹਿਲਾਂ ਵੇਖਣੀ ਇਹਨਾਂ ਦੇ ਚਾਚੇ ਦੀ, ਇਹ ਉਹ ਜਿਹੜੀ ਨੰਨੀ ਜ਼ੈਨਬ ਜਿਹਦੇ ਨਾਲ ਜ਼ਿਆਦਤੀ ਹੋਈ ਸੀ ਕਸੂਰ ਤੋਂ, ਯਾਦ ਕਰੋ। ਉਹਨਾਂ ਦੇ ਵਾਲਿਦ ਜਿਸ ਵੇਲੇ ਗੱਲ ਕਰਨਾ ਚਾਹੁੰਦੇ ਸਨ ਤੇ ਕਿਸ ਤਰੀਕੇ ਨਾਲ ਉਹਨਾਂ ਦਾ ਮਾਈਕ ਬੰਦ ਕੀਤਾ ਗਿਆ ਸੀ ਤੇ ਨਾਲ ਇਹ ਠੱਠਾ ਲਾ ਰਹੇ ਸਨ ਸ਼ਹਿਬਾਜ਼ ਸ਼ਰੀਫ ਸਾਹਿਬ, ਇਹਨਾਂ ਦੇ ਚਾਚਾ ਜੀ, ਕਿਸ ਤਰੀਕੇ ਨਾਲ ਦੰਦ ਕੱਢ ਰਹੇ ਸਨ ਉੱਥੇ। ਯਾਦ ਕਰਨਾ ਹੈ ਤੁਸੀਂ। ਉਹ ਨੰਨੀ ਜ਼ੈਨਬ ਦੇ ਵਾਲਿਦ ਦੇਖ ਰਹੇ ਸਨ ਵੀ ਮੇਰੀ ਧੀ ਦੇ ਨਾਲ ਜ਼ਿਆਦਤੀ ਹੋ ਗਈ, ਛੋਟੀ ਬੱਚੀ ਨਾਲ, ਤੇ ਮੈਂ ਇੱਥੇ ਇਨਸਾਫ ਲੈਣ ਆਇਆ। ਤੇ ਵੇਖੋ ਇਹ ਕੀ ਕਰਨ ਡਏ ਨੇ। ਆ ਪਹਿਲਾਂ ਵੇਖੋ, ਵੇਖ ਲਿਆ ਜੀ। ਹੁਣ ਜ਼ਰਾ ਧੀ ਦੇ ਕੰਮ ਵੀ ਵੇਖਣਾ। ਇਹ ਉਹ ਬਾਜੀ ਮਰੀਮ ਹੈ ਜਿਹੜੇ ਆਪਣੇ ਆਪ ਨੂੰ ਇਸ ਵੇਲੇ ਬ੍ਰਾਂਡ ਕਰ ਰਹੇ ਨੇ ਕਿ ਤੂੰ ਇਕੱਲੀ ਨਹੀਂ, ਪੰਜਾਬ ਦੀਆਂ ਬੇਟੀਆਂ ਨੂੰ ਪੈਗਾਮ ਦੇ ਰਹੇ ਨੇ। ਹਾਲ ਹੀ ਦੇ ਵਿੱਚ ਚੰਦ ਮਹੀਨੇ ਪਹਿਲੇ ਇੱਕ ਬੱਚੀ ਦੇ ਨਾਲ ਇੱਕ ਵਾਕਿਆ ਹੋਇਆ ਸੀ, ਉੱਥੇ ਵੀਡੀਓਜ਼ ਜਿਹੜੀਆਂ ਉਹ ਜਾਰੀ ਹੋਈਆਂ, ਬਾਅਦ ਦੇ ਵਿੱਚ ਆਖਿਆ ਗਿਆ ਕਿ ਇਹੋ ਜਿਹਾ ਕੋਈ ਵਾਕਿਆ ਹੋਇਆ ਹੀ ਨਹੀਂ। ਉਹ ਬੱਚੀ ਜਿਹਦੀ ਵੀਡੀਓ ਵਾਇਰਲ ਹੋਈ ਉਹਨੂੰ ਜ਼ਬਰਦਸਤੀ ਨਾਲ ਬਾਇਆ ਗਿਆ, ਜਿਸ ਵੇਲੇ ਬੱਚੀ ਨੇ ਖੁਦ ਆਪਣੇ ਮੂੰਹੋਂ ਕਿਹਾ ਕਿ ਜਿਹੜੀ ਉੱਥੇ ਚਸ਼ਮਦੀਦ ਗਵਾਹ ਸੀ ਉਹਦੀ ਵੀਡੀਓ ਵਾਇਰਲ ਨਹੀਂ ਹੋਈ ਤੇ ਮੇਰੀ ਹੋਈ, ਤੇ ਬਾਜੀ ਨੇ ਨਾਲ ਹੀ ਉਹਦਾ ਮਾਈਕ ਬੰਦ ਕਰ ਦਿੱਤਾ ਜ਼ਬਰਦਸਤੀ, ਆਪਣੇ ਚਾਚੇ ਤਰ੍ਹਾਂ ਹੀ। ਇਹ ਟੱਬਰ ਕਿੱਡਾ ਤੇਜ਼ ਹੈ। ਚਲਿੱਤਰ ਵੇਖੋ ਇਹਨਾਂ ਦੇ, ਇਸ ਵੀਡੀਓ 'ਚ ਵੀ ਤੁਸੀਂ ਵੇਖਣਾ ਹੈ। ਤੇ ਬਾਜੀ ਆਂਦੀ ਵਾਕਿਆ ਤੇ ਹੋਇਆ ਹੀ ਨਹੀਂ ਤੇ ਚਸ਼ਮਦੀਦ ਗਵਾਹ ਕਿੱਥੋਂ ਆ ਗਿਆ।
ਉਸ ਬੱਚੀ ਨੂੰ ਆਪਣੀ ਗਵਾਹੀ ਲਈ ਲਿਆਏ ਸਨ, ਲੇਕਿਨ ਉਹਨੇ ਸੱਚ ਬੋਲ ਦਿੱਤਾ ਕਿ ਉੱਥੇ ਜਿਹੜੀ ਚਸ਼ਮਦੀਦ ਗਵਾਹ ਸੀ, ਤੇ ਬਾਜੀ ਨੇ ਉਹਦਾ ਮਾਈਕ ਬੰਦ ਕਰਕੇ ਕਿਹਾ ਵਾਕਿਆ ਹੀ ਨਹੀਂ ਹੋਇਆ, ਤੇ ਚਸ਼ਮਦੀਦ ਗਵਾਹ ਕਿੱਥੋਂ ਆ ਜਾਣਾ। ਇਹ ज़रा ਵੇਖੋ। जो आई विटनेस थी बच्ची, उसने अपना बोला भी है कि मैं आई विटनेस हूँ, और उसकी वीडियो इतनी ज़्यादा वायरल नहीं हुई, मेरी वीडियो ज़्यादा वायरल कर दी उन्होंने। आई विटनेस कोई था ही नहीं, क्योंकि ऐसा वाकया हुआ ही नहीं। तो बात ਵੇਖ ਲਿਆ ਜੀ, ਇਹ ਇਹਨਾਂ ਦੀ ਸੂਰਤ ਹਾਲ ਹੈ, ਇਹ ਇਹਨਾਂ ਦੀ ਸੋਚ ਹੈ। ਇਸ ਸੋਚ ਨੂੰ ਰੱਖਣ ਵਾਲੇ ਲੋਕ ਮੈਨੂੰ ਦੱਸੋ ਕਿੱਥੋਂ ਕਿਸੇ ਬੱਚੀ ਦੀ ਇਹਨਾਂ ਨੇ ਸਰਪ੍ਰਸਤੀ ਕਰਨੀ, ਜਾਂ ਉਹਦਾ ਸਿਰ ਜਿਹੜਾ ਉਹ ਮੈਂ ਇਹ ਆਖਾਂਗਾ ਵੀ ਕੱਜਣਾ ਇਹਨਾਂ ਨੇ, ਜਾਂ ਉਹਦੇ ਨਾਲ ਕੋਈ ਰਹਿਮਦਿਲੀ ਕਰਨੀ ਹੈ। ਇਹਨਾਂ ਦਾ ਇਸ ਗੱਲ ਦੇ ਨਾਲ ਕੋਈ ਲੈਣ ਦੇਣ ਨਹੀਂ ਜੇ, ਯਕੀਨ ਰੱਖੋ ਮੇਰਾ। ਅਗਲੀ ਖਬਰ ਵਾਲੇ ਪਾਸੇ ਚੱਲਦੇ। ਅਗਲੀ ਖਬਰ ਜਿਹੜੀ ਹੈ ਉਹ ਇਹ ਹੈ ਜੀ ਕਿ ਇੱਕ ਲਾਹੌਰ ਦੇ ਵਿੱਚ ਇਸ ਵੇਲੇ ਬੜੇ ਵੱਡੇ ਸਕੈਂਡਲ ਦੇ ਉੱਤੇ ਗੱਲਬਾਤ ਸ਼ੁਰੂ ਹੋ ਗਈ। ਉਹ ਗੱਲਬਾਤ ਇਹ ਸ਼ੁਰੂ ਹੋਈ ਹੈ ਕਿ ਮਰੀਮ ਸਾਹਿਬਾ ਦਾ ਇੱਕ ਵੀਡੀਓ ਬਣਾਉਂਦਾ ਸੀ ਮੁੰਡਾ, ਜ਼ਿਸ਼ਾਨ ਮਲਿਕ ਉਹਦਾ ਨਾਂ ਸੀ। ਉਹ ਸੋਸ਼ਲ ਮੀਡੀਆ ਚਲਾਉਂਦਾ ਸੀ, ਵੀਡੀਓ ਬਣਾਉਂਦਾ ਸੀ, ਨਾਲ ਭੱਜਦਾ ਦੌੜਦਾ ਸੀ। ਬਾਜੀ ਨੇ, ਕਿਉਂਕਿ ਬਾਜੀ ਤਾਂ ਇਸ ਵੇਲੇ ਤੁਹਾਨੂੰ ਪਤਾ ਮਹਾਰਾਣੀ ਹੈ ਪਾਕਿਸਤਾਨ ਦੇ ਵਿੱਚ, ਇੱਕ ਬਾਦਸ਼ਾਹ ਹੈ ਉਹ ਆਸਿਮ ਮੁਨੀਰ ਸਾਹਿਬ ਨੇ, ਅਤੇ ਦੂਜੇ ਇੱਕ ਅਰਦਲੀ ਨੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ, ਇੱਕ ਮਹਾਰਾਣੀ ਸਾਹਿਬਾ ਨੇ ਉਹ ਮਰੀਮ ਨਵਾਜ਼ ਸਾਹਿਬਾ ਨੇ। ਉਹਨਾਂ ਨੇ ਜਿਹੜੇ ਆਪਣੇ ਵੀਡੀਓ ਬਣਾਉਣ ਵਾਲੇ ਸਨ, ਜਿਸ ਤਰ੍ਹਾਂ ਇੱਕ ਸਾਨੀਆ ਆਸ਼ਿਕ ਸਾਹਿਬਾ ਨੇ, ਉਹ ਵੀ ਬਾਜੀ ਦਾ ਬੈਗ ਸ਼ੈਗ ਫੜਦੀ ਸੀ ਬੱਚੀ, ਵੀਡੀਓ ਬਣਾਉਂਦੀ ਸੀ, ਉਹਨੂੰ ਵੀ ਵਜ਼ੀਰ ਬਣਾ ਦਿੱਤਾ। ਇਹ ਜ਼ਿਸ਼ਾਨ ਮਲਿਕ ਸੀ ਮੁੰਡਾ, ਇਹਨੂੰ ਵੀ ਆਪਣਾ ਮੁਆਵਿਨ ਖਸੂਸੀ ਬਣਾ ਲਿਆ। ਇਹਨੂੰ ਹੁਣ ਜਨਾਬ ਵਾਲਾ ਮੁਆਵਿਨ ਖਸੂਸੀ 'ਤੇ ਬਣਾ ਦਿੱਤਾ, ਪਰ ਉਹਨੇ ਆਪਣੀ ਕੋਈ ਦਾਲ ਰੋਟੀ ਦਾ ਵੀ ਤਾਂ ਬੰਦੋਬਸਤ ਕਰਨਾ ਹੈ ਨਾ। ਹੁਣ ਮੀਡੀਆ ਰਿਪੋਰਟ ਕਰ ਰਿਹਾ, ਔਰ ਮੀਡੀਆ ਵੀ ਉਹ ਜਿਹੜਾ ਨੂਨ ਲੀਗੀ ਮੀਡੀਆ, ਪ੍ਰੋ ਨੂਨ ਲੀਗੀ ਮੀਡੀਆ, ਉਹ ਦੱਸ ਰਿਹਾ ਹੈ ਵੀ ਇਹ ਜਿਹੜੇ ਮੌਸੂਫ ਨੇ, ਇੱਕ ਕਮਜ਼ੋਰ ਸੂਬਾਈ ਵਜ਼ੀਰ, ਉਹ ਰਫੀਕ ਜ਼ਿਸ਼ਾਨ ਸਾਹਿਬ ਨੇ, ਜਾਂ ਜ਼ਿਸ਼ਾਨ ਰਫੀਕ ਸਾਹਿਬ, ਕੋਈ ਕਮਜ਼ੋਰ ਲੋਕਲ ਬਾਡੀਜ਼ ਦੇ ਸੂਬਾਈ ਵਜ਼ੀਰ ਨੇ, ਵਿਚਾਰਾ ਕੋਈ ਮਲੂਕੜਾ ਹੈ। ਔਰ ਤੁਹਾਨੂੰ ਪਤਾ ਲੋਕਲ ਬਾਡੀਜ਼, ਲੋਕਲ ਗਵਰਨਮੈਂਟ ਅਤੇ ਇਹ ਬਲਦੀਆਤ ਦਾ ਜਿਹੜਾ ਵਜ਼ੀਰ ਹੁੰਦਾ, ਇਹਦੇ ਕੋਲ ਮਾਲ ਪਾਣੀ ਬੜਾ ਹੁੰਦਾ ਹੈ, ਕਿਉਂਕਿ ਸਾਰੀ ਜਿੰਨੀ ਵੀ ਨਾਲੀਆਂ, ਸੋਲੰਗ, ਪੁਲ, ਇਹੋ ਜਿਹੇ ਸਾਰੇ ਕੰਮ ਉਹ ਇਹਨੇ ਹੀ ਬਣਾਉਣੇ ਹੁੰਦੇ ਨੇ ਇਲਾਕਿਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਪਾਰਕ ਬਣਾਉਣਾ ਇੱਧਰ ਉੱਧਰ, ਅਤੇ ਪੈਸਾ ਚੰਗਾ ਲੰਮਾ ਹੁੰਦਾ ਡਿਵੈਲਪਮੈਂਟ ਦਾ। ਹੁਣ ਇਹ ਜਿਹੜੇ ਜ਼ਿਸ਼ਾਨ ਸਾਹਿਬ ਨੇ, ਇਹ ਦੱਸਿਆ ਜਾ ਰਿਹਾ ਹੈ ਕਿ ਇਹ ਉਹ ਲਾਹੌਰ ਦੇ DC ਦੇ ਨਾਲ ਰਲ ਗਏ। ਖਬਰ ਇਹ ਹੈ, ਜਿਹੜਾ ਕਲੇਮ ਕਰ ਰਹੇ ਨੇ ਜ਼ਰਾਏ ਇੱਥੋਂ, ਜਿਹੜੀ ਖਬਰ ਸੋਸ਼ਲ ਮੀਡੀਆ 'ਤੇ, ਉਹ ਕਹਿ ਰਹੇ ਨੇ ਕਿ DC ਲਾਹੌਰ ਮੂਸਾ ਰਜ਼ਾ, ਇਹ ਮੂਸਾ ਰਜ਼ਾ ਕੌਣ ਨੇ? ਇਹ ਮੂਸਾ ਰਜ਼ਾ ਉਹ ਹੀ ਨੇ ਜਿਨ੍ਹਾਂ ਨੇ, ਚੇਤੇ ਕਰੋ ਜਿਸ ਵੇਲੇ ਈਦ ਮਿਲਾਦੁਨ ਨਬੀ ਸੀ, ਅਤੇ ਇਹਨਾਂ 34 ਕਰੋੜ ਰੁਪਈਏ ਦਾ ਬਿੱਲ ਬਣਾ ਕੇ, ਹਾਂਜੀ, ਇਹਨਾਂ ਦੇ ਉੱਤੇ ਇਲਜ਼ਾਮ ਇਹ ਸੀ ਕਿ ਲੋਕਾਂ ਨੇ ਜਿਹੜੀਆਂ ਆਪ ਲਾਈਟਾਂ ਲਾਈਆਂ ਸਨ ਨਾ, ਜਿਹੜੀਆਂ ਲਾਈਟਾਂ ਤਾਜਰਾਂ ਨੇ ਲਾਈਆਂ ਸਨ, ਲੋਕਾਂ ਨੇ ਲਾਈਆਂ ਸਨ ਉਹਨਾਂ ਇਲਾਕਿਆਂ 'ਚ ਡੈਕੋਰੇਸ਼ਨ ਕਰਨ ਵਾਸਤੇ, ਉਹ ਵੀ ਸਰਕਾਰੀ ਖਾਤੇ 'ਚ ਪਾ ਕੇ, ਇਹ ਡੌਨ ਨੇ ਖਬਰ ਪਬਲਿਸ਼ ਕੀਤੀ ਸੀ, ਉਹ ਵੀ ਸਰਕਾਰੀ ਖਾਤੇ 'ਚ ਪਾ ਕੇ, ਅਤੇ ਇਹਨਾਂ ਨੇ ਬਿੱਲ ਬਣਾ ਕੇ ਹਕੂਮਤ ਨੂੰ ਦੇ ਦਿੱਤਾ ਸੀ 34 ਕਰੋੜ ਰੁਪਈਏ ਦਾ। ਅਤੇ ਇਹ ਉਹੀ ਸਾਹਿਬ ਨੇ, ਇਹਨਾਂ ਦੇ ਉੱਤੇ ਜ਼ਾਹਿਰ ਹੈ ਫਿਰ ਕਰਪਸ਼ਨ ਦੇ ਇਲਜ਼ਾਮਾਤ ਲੱਗੇ ਸਨ। ਲੇਕਿਨ ਹੁਣ ਮੀਡੀਆ ਇਹ ਕਹਿ ਰਿਹਾ ਕਿ ਇਹ ਜਿਹੜੇ ਜ਼ਿਸ਼ਾਨ ਮਲਿਕ ਸਾਹਿਬ ਬਾਜੀ ਦੀ ਵੀਡੀਓ ਬਣਾਉਣ ਵਾਲੇ ਸਨ, ਇਹ ਵੀ ਰਲੇ ਸਨ ਇਹਨਾਂ ਦੇ ਨਾਲ DC ਸਾਹਿਬ ਨਾਲ, ਅਤੇ ਇਹਨਾਂ ਦਾ ਤਬਾਦਲਾ ਇਹ ਰਖਵਾਉਂਦੇ ਰਹੇ, ਇਹਨਾਂ ਦਾ ਤਬਾਦਲਾ ਇਹ ਲਾਹੌਰ ਦੇ ਵਿੱਚ ਰਖਵਾਉਂਦੇ ਰਹੇ, ਅਤੇ ਇਹਨਾਂ ਲੰਮਾ ਮਾਲ ਬਣਾਇਆ। ਔਰ ਲਾਹੌਰ ਦੀ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਉਹ ਵੀ ਹੁਣ ਹਜ਼ਾਰਾਂ ਅਰਬ ਰੁਪਇਆ ਉਹਦੇ ਵਿੱਚ ਜ਼ਾਹਿਰ ਹੈ ਇਸਤੇਮਾਲ ਹੋਣਾ ਲਾਹੌਰ ਦੇ ਵਿੱਚ, ਲਾਹੌਰ 'ਚ ਹੀ ਸਾਰਾ ਕੰਮ ਕਰ ਰਹੇ ਨੇ। 150 ਅਰਬ ਦੇ ਪ੍ਰੋਜੈਕਟ ਜਿਹੜੇ ਨੇ ਉਹ ਲਾਹੌਰ ਡਿਵੈਲਪਮੈਂਟ ਪਲਾਨ ਦੇ ਵਿੱਚ ਨੇ ਸਿਰਫ। ਉਹ ਹੁਣ ਜਿਹੜਾ 150 ਅਰਬ ਰੁਪਇਆ, ਉਹਦੇ ਵਿੱਚ ਬਹੁਤ ਜ਼ਿਆਦਾ ਤਵੱਜੋ ਹੈ ਇਹ ਜ਼ਿਸ਼ਾਨ ਮਲਿਕ ਸਾਹਿਬ ਨੂੰ, ਹਰ ਮੀਟਿੰਗ 'ਚ ਸ਼ਾਮਿਲ ਹੁੰਦੇ ਨੇ। ਜ਼ਾਹਿਰ ਹੈ ਕੋ ਆਪਣਾ ਵੀ ਦਾਲ ਰੋਟੀ ਤਾਂ ਕਰਨੀ ਹੁੰਦੀ ਬੰਦੇ ਨੇ, ਮੀਟਿੰਗ 'ਚ ਜਾਣਗੇ ਤਾਂ ਦਾਲ ਰੋਟੀ ਲੱਭੇਗੀ ਨਾ, ਉਸ ਤਰ੍ਹਾਂ ਕਿਸ ਤਰ੍ਹਾਂ ਲੱਭੇਗੀ। ਹੁਣ ਉਹ ਕਹਿੰਦੇ ਨੇ ਕਿ ਡੱਕਦੇ ਰਹੇ ਜਿਹੜਾ DC ਸੀ, ਲੇਕਿਨ DC ਫਿਰ ਉਹਨਾਂ ਨੇ, ਮਰੀਮ ਸਾਹਿਬਾ ਨੇ ਆਖਿਰਕਾਰ ਹੁਣ ਚੇਂਜ ਕੀਤਾ। ਹੁਣ ਜਿਹੜਾ ਅਗਲਾ DC ਚੇਂਜ ਕੀਤਾ ਉਹ ਮੈਂ ਜਾਣਦਾ ਉਹਨਾਂ ਨੂੰ, ਬੁਜ਼ਦਾਰ ਸਾਹਿਬ ਨਾਲ, ਉਹ ਵੀ ਉਸ ਤਰ੍ਹਾਂ ਨੇ ਪੂਰੇ। ਕੈਪਟਨ ਅਲੀ ਇਜਾਜ਼ ਸਾਹਿਬ, ਉਹ ਆਰਮੀ ਤੋਂ ਰਿਟਾਇਰਡ ਕੈਪਟਨ ਨੇ। ਬੁਜ਼ਦਾਰ ਉਹ ਹੈ ਤਾਂ ਹਮੇਸ਼ਾ ਤੋਂ ਨੂਨ ਲੀਗ ਦੇ ਆਦਮੀ ਸਨ। ਮੈਨੂੰ ਤਾਂ ਕਈ ਵਾਰੀ ਹੁਣ ਇਹ ਸ਼ੱਕ ਪੈਂਦਾ ਵੀ ਬੁਜ਼ਦਾਰ ਸਾਹਿਬ ਵੀ ਨੂਨ ਲੀਗ ਦੇ ਹੀ ਸਨ, ਜਿਸ ਤਰ੍ਹਾਂ ਦਾ ਉਹਨਾਂ ਨੇ ਸਾਰਾ ਅਮਲਾ ਆਪਣੇ ਨਾਲ ਰੱਖਿਆ ਸੀ। ਤਾਂ ਸਾਨੂੰ ਤਾਂ ਇਹੀ ਲੱਗਦਾ ਸੀ ਵੀ ਉਦੋਂ ਵੀ ਨੂਨ ਲੀਗ ਦੀ ਹਕੂਮਤ ਸੀ। ਪਰ ਬੁਜ਼ਦਾਰ ਸਾਹਿਬ ਦੇ ਉਹ ਬੜੇ ਪਿਆਰੇ ਸਨ ਕੈਪਟਨ ਅਲੀ ਇਜਾਜ਼ ਸਾਹਿਬ, ਅਤੇ ਉਹਨਾਂ ਦੇ ਵੀ PSO ਰਹੇ, ਅਤੇ ਆਪੇ ਹਿਸਾਬ ਲਾਓ ਉਸ ਤੋਂ ਬਾਅਦ ਹੁਣ ਉਹ ਮਰੀਮ ਦੇ ਵੀ PSO ਰਹੇ ਨੇ। ਅਤੇ ਚੰਗਾ ਇਹਨਾਂ ਦੇ ਉੱਤੇ ਇਲਜ਼ਾਮਾਤ ਨੇ ਵੀ ਅੰਦਰ ਵੀ ਇਹਨਾਂ ਨੇ ਚੰਗਾ ਮਰੀਮ ਸਾਹਿਬਾ ਨਾਲ ਰਲ ਕੇ ਚੰਗਾ ਕੰਮ ਪਾਇਆ, ਅਤੇ ਹੁਣ ਇਹਨਾਂ ਨੂੰ DC ਲਾਇਆ। ਅਤੇ ਹੁਣ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ। ਇਹ ਹੁਣ ਮੌਸਮੀ ਤਬਦੀਲੀ ਤੋਂ ਪਹਿਲਾਂ ਇਹ ਜਿਹੜੀ ਹੋਈ ਹੈ, ਕਹਿੰਦੇ ਨੇ ਕਿ ਮਾਲ ਆਫ ਲਾਹੌਰ ਦੇ ਵਿੱਚ 4 ਘੰਟੇ ਬਹਿ ਕੇ ਜ਼ਿਸ਼ਾਨ ਮਲਿਕ ਸਾਹਿਬ ਨੇ ਕੋਈ ਮਾਲ ਪਾਣੀ ਦਾ ਹਿਸਾਬ ਕਿਤਾਬ ਕੀਤਾ। ਹੁਣ ਇਹ ਸਾਰੀਆਂ ਗੱਲਾਂ ਕੀ ਨੇ, ਇਹ ਤਾਂ ਥੋੜ੍ਹੇ ਚਿਰ ਦੇ ਵਿੱਚ ਖੁੱਲ੍ਹ ਜਾਣੀਆਂ ਨੇ ਗੱਲਾਂ, ਕਿਉਂਕਿ ਸ਼ਰੀਫ ਖਾਨਦਾਨ, ਅਤੇ ਮੇਰਾ ਮਤਲਬ ਹੈ ਕਿ ਖਾਣੋਂ ਪੀਣੋਂ ਬਾਜ਼ ਆ ਜਾਏ, ਇਹ ਤਾਂ ਮੁਮਕਿਨ ਨਹੀਂ ਹੈ। ਜਿੰਨੇ ਕੁ ਖਾਪੇ ਇਸ ਵੇਲੇ ਪੰਜਾਬ ਗਵਰਨਮੈਂਟ ਦੇ ਸੁਣਨ 'ਚ ਆ ਰਹੇ ਨੇ, ਅਤੇ ਜਿੰਨਾ ਮਾਲ ਖਾਣ ਦੀਆਂ ਉੱਥੇ ਗੱਲਾਂ ਆ ਰਹੀਆਂ ਨੇ, ਉਹ ਖੁਦਾ ਦੀ ਪਨਾਹ ਹੈ। ਅਗਲੀ ਖਬਰ ਲੈ ਲਓ ਜੀ। ਅਗਲੀ ਖਬਰ ਇਹ ਹੈ ਕਿ ਲੋਕੀ ਸਾੜ ਕੱਢਦੇ ਨੇ। ਵਲੀਮੇ 'ਚ ਸੂਪ ਦੇ ਨਾਲ ਕਬਾਬ ਸਨ, ਦੇਸੀ ਚਿਕਨ ਕੋਰਮਾ ਸੀ,
ਤੇ ਕੋਈ 10 ਡਿਸ਼ਾਂ ਨਹੀਂ ਸੀ, ਬਸ ਲੋਕੀ ਐਵੇਂ ਹੀ ਜਲਦੇ ਬਲਦੇ ਨੇ। ਇਹ ਸ਼ੇਖ ਰੋਹੇਲ ਅਸਗਰ ਸਾਹਿਬ ਨੇ ਆਖਿਆ ਵੀ ਲੋਕੀ ਸਾੜ ਕੱਢਦੇ ਨੇ, ਮਤਲਬ ਇਹ ਗੱਲ ਸ਼ੇਖ ਰੋਹੇਲ ਅਸਗਰ ਸਾਹਿਬ ਵੀ ਮੰਨਣ ਡਏ ਨੇ ਵੀ ਲੋਕੀ ਬੜੇ ਤੰਗ ਨੇ ਮਰੀਮ ਨਵਾਜ਼ ਕੋਲੋਂ ਤੇ ਇਸ ਹਕੂਮਤ ਕੋਲੋਂ, ਤੇ ਲੋਕੀ ਹੁਣ ਸਾੜ ਕੱਢਦੇ ਨੇ। ਉਹ ਆਉਂਦੇ ਨੇ ਵੀ ਉੱਥੇ ਦੇਸੀ ਮੁਰਗ ਸੀ। ਉਧਰ ਅਜ਼ਮਾ ਬੁਖਾਰੀ ਸਾਹਿਬਾ ਕਹਿੰਦੀਆਂ ਨੇ ਕਿ ਮਟਨ ਸੀ। ਰੋਹੇਲ ਅਸਗਰ ਸਾਹਿਬ ਆਉਂਦੇ ਨੇ ਵੀ ਉੱਥੇ ਦੇਸੀ ਮੁਰਗ ਸੀ। ਇਹ ਸਾਡੀ ਸਮਝ ਤੋਂ ਬਾਹਰ ਹੈ। ਉਹਨਾਂ ਨੇ ਨਹੀਂ ਦੱਸਿਆ ਵੀ ਸੂਪ ਵੀ ਸੀ, ਇਹ ਆਂਦੇ ਨੇ ਕਿ ਉੱਥੇ ਸੂਪ ਵੀ ਸੀ। ਉਹਨਾਂ ਨੇ ਦੱਸਿਆ ਵੀ ਕਬਾਬ ਵੀ ਸਨ, ਇਹ ਆਂਦੇ ਨੇ ਕਬਾਬ ਵੀ ਸੀ। ਇਹ ਹੁਣ ਮੈਨੂੰ ਨਹੀਂ ਪਤਾ, ਹਰ ਟੇਬਲ ਦੇ ਉੱਤੇ ਡਿਫਰੈਂਟ ਮੈਨਿਊ ਸੀ। ਇਹਨਾਂ ਨੇ ਕੋਰਸ ਨੂੰ ਤੇ ਮੇਨ ਕੋਰਸ ਦੀ ਬਜਾਏ ਮੀਆਂ ਕੋਰਸ ਲਿਖਿਆ ਸੀ। ਇਹ ਹੁਣ ਸਾਨੂੰ ਨਹੀਂ ਪਤਾ ਕਿ ਹਰ ਟੇਬਲ ਦੇ ਉੱਤੇ ਕੰਮ ਡਿਫਰੈਂਟ ਸੀ ਜਾਂ ਇਹ ਆਪੋ 'ਚ ਸਲਾਹ ਕਰ ਲਓ ਵੀ ਗੱਲ ਕੀ ਕਰਨੀ। ਸ਼ੇਖ ਸਾਹਿਬ ਅਜ਼ਮਾ ਬੁਖਾਰੀ ਕੋਈ ਹੋਰ ਡਿਸ਼ਾਂ ਦੱਸ ਰਹੀ ਹੈ, ਤੁਸੀਂ ਕੋਈ ਹੋਰ, ਜੇ ਤੁਹਾਡੀਆਂ ਦੋਵਾਂ ਦੀਆਂ ਜੋੜ ਲਈਏ ਤਾਂ ਬੜਾ ਲੰਮਾ ਚੌੜਾ ਕੰਮ ਬਣ ਜਾਂਦਾ। ਬਹਰਹਾਲ ਮੈਂ ਹੀ ਮਸ਼ਵਰਾ ਦਿਆਂਗਾ ਵੀ ਇੱਕ ਦੂਜੇ ਦੇ ਨਾਲ ਗੱਲ ਕਰ ਲਓ ਤਾਂ ਬਿਹਤਰ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਮੈਂ ਆਪਣੀ ਜਿਹੜੀ ਰਿਸ਼ਤੇਦਾਰੀ ਉਹ ਨਵਾਜ਼ ਸ਼ਰੀਫ ਨਾਲ ਕੀਤੀ ਹੈ, ਅਤੇ ਮੈਂ ਗਵਾਹ ਵੀ ਆਪਣੀ ਬੱਚੀ ਦੇ ਰਿਸ਼ਤੇ ਦੇ ਵਿੱਚ ਨਵਾਜ਼ ਸ਼ਰੀਫ ਨੂੰ ਹੀ ਬਣਾਇਆ ਹੈ। ਅਤੇ ਬੱਚੀ ਦਾ ਹੱਥ ਜਿਹੜਾ ਉਹ ਜੁਨੇਦ ਦੇ ਹੱਥ ਦੇ ਵਿੱਚ ਨਵਾਜ਼ ਸ਼ਰੀਫ ਸਾਹਿਬ ਨੇ ਫੜ ਕੇ ਫੜਾਇਆ। ਉਹ ਮੇਰੇ ਲੀਡਰ ਵੀ ਨੇ ਅਤੇ ਹੁਣ ਰਿਸ਼ਤੇਦਾਰੀ ਵੀ ਹੈ। ਸ਼ੇਖ ਰੋਹੇਲ ਅਸਗਰ ਸਾਹਿਬ ਬਜ਼ੁਰਗ ਨੇ, ਅਸੀਂ ਉਹਨਾਂ ਦਾ ਇਹਤਰਾਮ ਕਰਨੇ। ਉਹਨਾਂ ਦੀ ਪੋਤਰੀ ਦਾ ਵਿਆਹ ਹੈ, ਸਾਡੀਆਂ ਵੀ ਦੁਆਵਾਂ ਨਾਲ ਸ਼ਾਮਿਲ ਨੇ ਕਿ ਬੱਚੀ ਜਿਹੜੀ ਹੈ ਉਹਨੂੰ ਔਰ ਬੱਚੇ ਨੂੰ ਅੱਲਾ ਖੁਸ਼ ਰੱਖੇ, ਲੰਬੀ ਜ਼ਿੰਦਗੀ ਦੇਵੇ। ਲੇਕਿਨ ਮਸ਼ਵਰਾ ਇਹੀ ਹੈ ਵੀ ਸੱਸ ਕੋਲੋਂ ਬਚ ਕੇ। ਸੱਸ ਤੁਹਾਨੂੰ ਪਤਾ ਕਪੱਤੀ ਹੈ, ਕਪੱਤੀ ਲੜਾਕਾ ਨੂੰ ਆਉਂਦੇ ਨੇ ਪੰਜਾਬੀ 'ਚ। ਸੱਸ ਕਪੱਤੀ ਹੈ ਅਤੇ ਉਹ ਹੁਣ ਜਾਂ ਤਾਂ ਇਹ ਬੱਚੀ ਜਿਹੜੀ ਹੈ ਇਹ ਉਹ ਪੰਜਾਬੀ ਦਾ ਜਿਹੜਾ ਗਾਣਾ ਹੈ, ਨਹੀਂ ਮੈਂ ਸੱਸ ਕੁੱਟਣੀ ਸੰਦੂਕਾਂ ਓਲੇ, ਉਹ ਇੱਕ ਐਕਸਪ੍ਰੈਸ਼ਨ ਹੈ। ਗਿੱਧਾ ਪਾਉਂਦੀਆਂ ਹੁੰਦੀਆਂ ਸਨ ਕੁੜੀਆਂ ਵੀ ਨਹੀਂ ਮੈਂ ਸੱਸ ਕੁੱਟਣੀ, ਕਿ ਸੱਸ ਨੂੰ ਮਾਰਨਾ ਅਤੇ ਮਾਰਨਾ ਸੰਦੂਕਾਂ ਦੇ ਪਿੱਛੇ। ਅਤੇ ਮੈਂ ਨਹੀਂ ਆਂਦਾ ਵੀ ਮਾਰਨ, ਪਰ ਬਚ ਕੇ ਰਹਿਣ। ਅਤੇ ਇਹ ਬੇਸ਼ੱਕ ਗਾਣਾ ਗਾਉਣ ਵੀ ਨਹੀਂ ਮੈਂ ਸੱਸ ਕੁੱਟਣੀ ਸੰਦੂਕਾਂ ਓਲੇ, ਲੇਕਿਨ ਕੁੱਟਣ ਨਾ। ਬਸ ਮੇਰਾ ਮਤਲਬ ਹੈ ਕਿ ਬਚ ਕੇ ਰਹਿਣ, ਕਿਉਂਕਿ ਅਗਰ ਬਚ ਕੇ ਰਹਿਣਗੇ ਬੱਚੀ ਬੱਚਾ ਤਾਂ ਮੇਰਾ ਖਿਆਲ ਕੰਮ ਚੱਲ ਜਾਏਗਾ। ਨਾ ਬਚ ਕੇ ਰਹੇ ਤਾਂ ਫਿਰ ਉਹੀ ਹੋਣਾ ਜੋ ਹੋ ਰਿਹਾ। ਅੱਛਾ, ਬੜੇ ਤੁਸੀਂ ਪੜ੍ਹੇ ਲਿਖੇ ਬੰਦੇ ਇੱਥੇ ਬੇਈਮਾਨ ਵੇਖਦੇ ਹੋ ਜਿਹੜੇ ਤੁਹਾਨੂੰ ਗੱਲਾਂ ਸੁਣਾਉਂਦੇ ਨੇ, ਤੁਹਾਡੇ ਨਾਲ 2 ਨੰਬਰੀਆਂ ਕਰਦੇ ਨੇ। ਇਹ ਪਿੰਡ ਦਾ ਜਟਕਾ ਬੰਦਾ ਹੈ। ਇਹਨੇ ਵੇਖੋ ਇਮਰਾਨ ਖਾਨ ਦੇ ਕੋਲੋਂ ਕਿਹੜੀ ਅਕਲ ਲਈ ਅਤੇ ਇਹਦੀ ਜ਼ਿੰਦਗੀ 'ਚ ਇਮਰਾਨ ਖਾਨ ਨੇ ਕੀ ਅਸਰ ਪਾਇਆ। ਇਹ ਬੜੇ ਬੇਜ਼ਮੀਰ ਬੜੇ ਮੈਂ ਕਹਾਂਗਾ ਸਕਾਲਰ, ਦਾਨਿਸ਼ਵਰ, ਪ੍ਰੋਫੈਸਰ, ਵਕੀਲ, ਮੀਡੀਆ ਦੇ ਟਾਈਕੋਨ ਅਤੇ ਬੜੀਆਂ ਜਿਹੜੀਆਂ ਜਨਾਬ ਹਾਜਣਾ ਅਤੇ ਸਾਰੇ ਜਿਹੜੇ ਬੜੇ ਮੁਨਾਫਕ ਨੇ ਨਾ, ਉਹਨਾਂ ਨਾਲੋਂ ਇਹ ਪਿੰਡ ਦਾ ਸਾਦਾ ਬੰਦਾ ਸੱਚੀ ਸਿੱਧੀ ਗੱਲ ਕੀਤੀ ਹੈ ਵੀ ਉਹਨੂੰ ਕਿਹੜੀ ਗੱਲ ਸਮਝ ਆਈ ਹੈ। ਉਹਨੇ ਆਖਿਆ ਜੇ ਫੈਕਟਰੀਆਂ ਬਣਾਉਣੀਆਂ ਜੇ ਤਾਂ ਸ਼ਰੀਫਾਂ ਕੋਲੋਂ ਸਿੱਖ ਲਓ, ਜੇ ਆਪਣੀ ਗੁਰਬਤ ਦੂਰ ਕਰਨੀ ਹੈ ਤੇ ਆਓ ਮੈਂ ਦੱਸਦਾ ਮੈਂ ਇਮਰਾਨ ਖਾਨ ਕੋਲੋਂ ਕੀ ਸਿੱਖਿਆ, ਸੁਣੋ। ਜਿਹੜੇ ਨਿਆਜ਼ੀ ਨੂੰ ਗਾਲਾਂ ਕੱਢਦੇ ਹਨ ਉਹ ਥੋੜੇ ਜਿਹੇ ਨੇੜੇ ਹੋਏ, ਉਹ ਤੁਹਾਨੂੰ ਮੈਂ ਦੱਸਾਂ ਵੀ ਨਿਆਜ਼ੀ ਕੀ ਹੈ। ਮੈਂ ਇੱਕ ਕੱਟਾ ਮੇਰੇ ਬਾਲਾਂ ਦੇ ਨਾਨੀ ਨੇ ਦਿੱਤਾ ਸੀ, ਛੋਟਾ ਜਿਹਾ ਐਡਾ ਕੋ, ਉਹ ਕੱਟਾ ਵੇਚ ਤੇ ਝੋਟੀ ਲਈ ਸੀ। ਅੱਜ 10 ਲੱਖ ਦੀ ਮੱਝ ਹੈ ਤੇ ਇੱਧਰ ਆਗਾ ਪੁਰ ਲਿਆ, ਇੱਧਰ ਨੂੰ ਇੱਕ ਇਹਦਾ ਪੁੱਤਰ ਹੈ, ਇਹ ਇਹਦਾ ਨਾਂ ਹੀਰਾ ਹੈ ਤੇ ਇਹ ਇਹਦਾ ਪੁੱਤਰ ਹੈ, ਤੇ ਇੱਕ ਹੈ ਜਿਹੜੀ ਇਹਦੀ ਧੀ ਨਹੀਂ ਦੀ। ਤੇ ਇਹ ਵੀ ਮੈਂ ਇਹ ਮੱਝ ਦੀ ਕੱਟੀ ਉਹਨਾਂ ਨੂੰ ਦਿੱਤੀ ਸੀ ਆਦੇ ਸਾਹਬਰਿਆਂ ਨੂੰ, ਤੇ ਉਹਨਾਂ ਮੈਨੂੰ ਆ ਫਿਰ ਵਿਟਕੇ 'ਚ ਕੱਟੀ ਦਿੱਤੀ ਵੀ ਉਹਨਾਂ ਨੂੰ ਚੰਗੀ ਮੱਝ ਦਾ ਸ਼ੌਕ ਸੀ। ਤੇ ਇੱਕ ਉਹ ਖਲਾ ਜੇ, ਇਹ ਇੱਕ ਕੱਟੇ ਦਾ ਕੰਮ ਹੈ। ਇੱਕ ਕੱਟੇ ਤੋਂ ਮੈਂ ਇੱਥੇ ਲਿਆਂਦਾ, ਮੈਨੂੰ ਨਿਆਜ਼ੀ ਨੇ ਸਮਝਾਇਆ ਹੈ। ਤੇ ਜੇ ਅਗਰ 18 ਮਹੀਨਿਆਂ ਵਿੱਚ 6 ਫੈਕਟਰੀਆਂ ਲਾਣੀਆਂ ਨੇ ਤੇ ਫਿਰ ਚਾਚੇ ਸ਼ਬਾਜ਼ ਸ਼ਰੀਫ ਕੋਲ ਜਾ ਤੇ ਸਿੱਖ ਲਓ। ਨਾ ਹੀ ਇਮਰਾਨ ਖਾਨ ਕੋਲ ਇਹ ਜਿਹਾ ਟੈਲੈਂਟ ਹੈਗਾ ਤੇ ਨਾ ਹੀ ਮੇਰੇ ਕੋਲ ਹੈਗਾ। ਤੇ ਇੱਥੇ ਹੀ ਬਾਬੇ ਹੋਰਾਂ ਨੂੰ ਇਜਾਜ਼ਤ ਦਿਓ, ਇੱਕ ਅਗਲਾ ਮਨਸੂਬਾ ਤੁਹਾਨੂੰ ਵਿਖਾ ਸਾਂ ਵੀ ਮੈਂ ਇਮਰਾਨ ਖਾਨ ਕੋਲੋਂ ਕੀ ਸਿੱਖਿਆ। ਨਿਕੰਮੇ ਬੰਦੇ ਨੇ, ਤੇ ਬਾਬੇ ਹੋਰਾਂ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।